करीब 1.5 साल पहला सुल्तानविंड पिंड दे एरिया विचों अनवर मसीह दे घरों फड़ी गई 197 किलो हैरोइन दे मामले 'च अनवर मसीह दे परिवारिक मैंबरां ने अज पत्रकारां नाल गलबात दौरान कई वड्डे खुलासे कीते। उन्हां ने STF दे AIG अते 3 DSP ते अनवर मसीह नूं झूठे केस 'च फसाउण अते परिवार तों करीब 9 लाख रुपए ठੱਗਣ दे इल्जाम लगाए। इस दौरान परिवारिक मैंबरां ने कुंवर विजय प्रताप वल्लों मसीह परिवार दा साथ देण ते उन्हां दी शलाघा कीती ਅਤੇ ਹੋਰ ਪੁਲਿਸ ਅਧਿਕਾਰੀਆਂ ਤੇ ਪਰਿਵਾਰ ਕੋਲੋਂ ਰਿਸ਼ਵਤ ਮੰਗਣ ਤੇ ਵੀ ਆਰੋਪ ਲਗਾਏ ਹਨ। ਇਸ ਮੌਕੇ ਤੇ ਅਨਵਰ ਮਸੀਹ ਦੇ ਬੇਟੇ ਜੋਇਲ ਮਸੀਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀ ਕੁਝ ਦੱਸਿਆ, ਆਓ ਸੁਣਦੇ ਹਾਂ। ਐਕਸ਼ਨ ਕਮੇਟੀ ਕਹਿ ਰਹੇ ਆ ਔਰ ਕ੍ਰਿਸਚੀਅਨ ਐਕਸ਼ਨ ਕਮੇਟੀ ਦੇ ਬੈਨਰ ਹੇਠ ਅਸੀਂ ਮੰਗ ਕਰਦੇ ਆ ਜੇ ਅਨਵਰ ਮਸੀਹ ਜੀ ਦੋਸ਼ੀ ਸੀ ਔਰ 2 ਮਹੀਨੇ ਜਿਹੜਾ ਬਾਅਦ ਉਹਨੂੰ ਅਰੈਸਟ ਕੀਤਾ ਗਿਆ ਵਾ, ਇਹਦੇ ਵਿੱਚ ਦਾਲ 'ਚ ਕਾਲਾ ਵਾ। ਅਸੀਂ ਇਹ ਮੰਗ ਕਰਦੇ ਸਮੂਹ ਮਸੀਹ ਭਾਈਚਾਰਾ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ। ਆ ਜੋ ਬੇਟੇ ਨੇ ਖੁਲਾਸੇ ਕੀਤੇ ਆ ਪੁਲਿਸ ਅਫਸਰਾਂ ਦੇ ਨਾਂ ਲਿੱਤੇ ਆ, ਇਹ ਜਿਹੜੇ ਕਰਪਟ ਪੁਲਿਸ ਅਫਸਰ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਔਰ ਜਿਹੜਾ ਨਿਰਦੋਸ਼ ਸਾਡਾ ਭਾਈਚਾਰੇ 'ਚੋਂ ਸਾਡਾ ਵੀਰ ਅਨਵਰ ਮਸੀਹ ਆ, ਇੱਕ ਮਸੀਹ ਭਾਈਚਾਰੇ ਤੇ ਅੱਜ ਤੱਕ ਕੋਈ ਇੱਦਾਂ ਦਾ ਧੱਬਾ ਨਹੀਂ ਸੀ। ਇਹ ਬਦਨਾਮ ਕਰਨ ਵਾਸਤੇ ਪੂਰੇ ਪੰਜਾਬ ਤੇ ਦੇਸ਼ ਦੇ ਮਸੀਹ ਭਾਈਚਾਰੇ ਨੂੰ ਇਹ ਜਿਹੜੀਆਂ ਚਾਲਾਂ ਖੇਡੀਆਂ ਗਈਆਂ ਵਾ ਉਹਨੂੰ ਬੇਨਕਾਬ ਕੀਤਾ ਜਾਏ। DGP ਪੰਜਾਬ ਤੋਂ ਔਰ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਆ ਇਹ ਜਲਦ ਤੋਂ ਜਲਦ ਜਿਹੜੀ ਆ ਇਹਦੀ SIT ਬਿਠਾ ਕੇ ਸਿੱਟ ਬਿਠਾ ਕੇ ਅਨਵਰ ਮਸੀਹ ਨੂੰ ਜਿਹੜਾ ਪੀੜਤ ਪਰਿਵਾਰ ਆ ਇਹਨਾਂ ਨੂੰ ਇਨਸਾਫ ਦਿੱਤਾ ਜਾਏ। ਜੇ ਨਾ ਇਨਸਾਫ ਮਿਲਿਆ ਤੇ ਮਸੀਹ ਭਾਈਚਾਰਾ ਜਿਹੜਾ ਵੱਡਾ ਸੰਘਰਸ਼ ਕਰੇਗਾ ਪੂਰੇ ਇੱਕ ਪਲੇਟਫਾਰਮ ਤੇ ਆ ਕੇ, ਕਿਉਂਕਿ ਇਹ ਜਿਹੜੇ ਆ ਪੁਲਿਸ ਦੇ ਵੱਡੇ ਅਫਸਰ ਖੁਲਾਸਾ ਵੀ ਕਰ ਚੁੱਕੇ ਆ। ਇਹ ਜਿਹੜੀ ਆ ਉਹਨਾਂ ਕੋ ਕਿਰਾਏਨਾਮਾ ਵੀ ਆ, ਕਿਰਾਏਨਾਮਾ ਨਹੀਂ, ਇਹ ਦੂਸਰਾ ਵਾ ਬਿਆਨਾ ਕੋਠੀ ਦਾ ਨਜਾਇਜ਼ ਜਿਹੜਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਆ ਪਰਿਵਾਰ ਨੇ ਸਾਰੇ ਖੁਲਾਸੇ ਕਰਤੇ ਆ। ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਉੱਚੇ ਲੈਵਲ ਤੇ ਜਿਹੜੀ ਆ ਮੁੱਖ ਮੰਤਰੀ ਸਾਹਿਬ ਔਰ DGP ਸਾਹਿਬ ਤੋਂ ਮੰਗ ਕਰਦੇ ਆ ਇਹਦੀ ਜਾਂਚ ਕਰਾ ਕੇ ਜਿਹੜਾ ਇਨਸਾਫ ਦਿੱਤਾ ਜਾਵੇ। ਧੰਨਵਾਦ। ਇਹ ਕਿਰਾਏ ਸਾਰੇ ਪਿੱਛੇ ਆ ਜਾਓ, ਪਾਸਟਰ ਸਾਹਿਬਾਨ ਆ ਜਾਓ। ਉੱਚੀ ਬੋਲਾਂਗੇ ਇਧਰ ਹਾਂ ਪਲੇਟਫਾਰਮ ਦੇ ਦਿੰਦੇ ਆ ਤੁਹਾਨੂੰ ਦੇ ਦੇਣੇ ਪਲੇਨ ਮੋਟਰ ਲਿਆ ਦੇ। ਧੰਨਵਾਦ ਕਰਦਾ ਹਾਂ। ਮੈਂ ਜੋਇਲ ਅਨਵਰ ਪੁੱਤਰ ਸ਼੍ਰੀ ਅਨਵਰ ਮਸੀਹ ਤੁਹਾਡੇ ਨਾਲ ਹੈਰਾਨੀਜਨਕ ਖੁਲਾਸੇ ਕਰਨ ਜਾ ਰਿਹਾ ਹਾਂ ਕਿ ਜੋ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਪੁਲਿਸ ਨੇ ਮੇਰੇ ਪਿਤਾ ਜੀ ਨਾਲ ਜ਼ੁਲਮ ਕੀਤੇ ਸਨ। ਉਹ ਇਸ ਤਰ੍ਹਾਂ ਸਨ ਕਿ ਮਿਤੀ 30/1/2020 ਨੂੰ ਸਾਡੀ ਕੋਠੀ ਸੁਲਤਾਨਵਿੰਡ ਪਿੰਡ ਦੇ ਏਰੀਆ ਵਿੱਚੋਂ ਫੜੀ ਗਈ 197 ਕਿਲੋ ਹੈਰੋਇਨ ਦੇ ਸਬੰਧ ਵਿੱਚ ਸਾਰੀ ਹੱਡਬੀਤੀ ਦੱਸਾਂਗਾ ਕਿ ਇਹ ਸਾਡੀ ਕੋਠੀ ਪਹਿਲਾਂ ਤੋਂ ਹੀ ਵਿਕੀ ਹੋਈ ਸੀ ਤੇ ਇਸ ਦਾ ਬਿਆਨਾ ਵੀ ਹੋਇਆ ਸੀ ਤੇ ਉਸ ਬੰਦੇ ਦਾ ਲੋਨ ਨਾ ਪਾਸ ਹੋਣ ਕਰਕੇ ਰਜਿਸਟਰੀ ਤਸਦੀਕ ਨਾ ਹੋ ਸਕੀ। ਉਸ ਬੰਦੇ ਨੇ ਕਿਹਾ ਕਿ ਪੈਸੇ ਦਾ ਅਰੇਂਜਮੈਂਟ ਕਰਨ ਲਈ 2 ਤੋਂ 3 ਮਹੀਨੇ ਦਾ ਸਮਾਂ ਲੱਗਣਾ ਹੈ। ਇਸ ਦੌਰਾਨ ਕੋਠੀ ਖਾਲੀ ਹੋਣ ਕਰਕੇ ਸਾਡੇ ਸ਼ੋਰੂਮ ਉੱਪਰ ਰਹਿੰਦੇ ਕਿਰਾਏਦਾਰ ਸੰਨੀ ਵਾਸੀ ਬਖਮੂਲਪੁਰਾ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਪ੍ਰਧਾਨ ਜੀ ਤੁਹਾਡੀ ਕੋਠੀ ਖਾਲੀ ਪਈ ਹੈ, ਜਿੰਨੀ ਦੇਰ ਤੱਕ ਰਜਿਸਟਰੀ ਨਹੀਂ ਹੁੰਦੀ ਉਦੋਂ ਤੱਕ ਮੇਰੇ ਦੋਸਤ ਸੁਖਵਿੰਦਰ ਸਿੰਘ ਨੂੰ ਇਹ ਖਾਲੀ ਪਈ ਕੋਠੀ 2 ਮਹੀਨੇ ਲਈ ਕਿਰਾਏ ਤੇ ਦੇ ਦੇਵੋ। ਅਸੀਂ ਸੁਖਵਿੰਦਰ ਸਿੰਘ ਨੂੰ ਨਹੀਂ ਸੀ ਜਾਣਦੇ ਤੇ ਉਸਨੇ ਸਾਨੂੰ ਕਿਹਾ ਕਿ ਮੈਂ ਜਿਮ ਟ੍ਰੇਨਰ ਹਾਂ, ਮੈਂ ਪਰਿਵਾਰ ਨਾਲ ਕੋਠੀ ਵਿੱਚ ਰਹਿਣਾ ਹੈ। ਜਿੰਨੀ ਦੇਰ ਤੱਕ ਉਹ ਸਾਡੀ ਕੋਠੀ ਵਿੱਚ ਰਹੇ ਅਸੀਂ ਕਦੇ ਕੋਠੀ ਦੇ ਅੰਦਰ ਨਹੀਂ ਗਏ, ਕਿਉਂਕਿ ਮੇਰੇ ਪਿਤਾ ਜੀ ਸ਼੍ਰੀ ਅਨਵਰ ਮਸੀਹ ਰਾਜਨੀਤਿਕ ਅਹੁਦੇਦਾਰ ਹੋਣ ਕਰਕੇ, ਇੱਕ ਇੱਜ਼ਤਦਾਰ ਵਿਅਕਤੀ ਹੋਣ ਕਰਕੇ ਉਕਤ ਕਿਰਾਏਦਾਰਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਜਾਣਾ ਚੰਗਾ ਨਹੀਂ ਸਮਝਿਆ। ਮਿਤੀ 30/1/2020 ਨੂੰ STF ਦੁਆਰਾ ਸਾਡੀ ਕਿਰਾਏ ਤੇ ਦਿੱਤੀ ਗਈ ਕੋਠੀ ਵਿੱਚ ਰੇਡ ਕੀਤੀ ਗਈ। ਕੋਠੀ ਵਿੱਚ ਰਹਿ ਰਹੇ ਕਿਰਾਏਦਾਰ ਸੁਖਵਿੰਦਰ ਸਿੰਘ ਅਤੇ ਤਮੰਨਾ ਗੁਪਤਾ ਪਾਸੋਂ ਹੈਰੋਇਨ ਫੜੀ ਗਈ। ਇਸ ਰੇਡ ਦੌਰਾਨ ਮੇਰੇ ਪਿਤਾ ਜੀ ਚੰਡੀਗੜ੍ਹ ਸਨ। ਫਿਰ ਉਸ ਤੋਂ ਬਾਅਦ 5/1/2020 ਨੂੰ STF ਦੇ ਦਫ਼ਤਰ ਵਿੱਚ ਮੇਰੇ ਪਿਤਾ ਜੀ ਕਰੀਬ 1000 ਦੇ ਸਮਰਥਕਾਂ ਦੇ ਨਾਲ ਪੇਸ਼ ਹੋਏ ਸਨ। ਇਹਨਾਂ ਲੋਕਾਂ ਦਾ ਇਕੱਠ ਵੇਖ ਕੇ ਮੇਰੇ ਪਿਤਾ ਜੀ ਨੂੰ ਵਾਪਸ ਭੇਜ ਦਿੱਤਾ ਗਿਆ। ਫਿਰ ਉਸ ਤੋਂ 2 ਦਿਨਾਂ ਬਾਅਦ DSP ਭੁਵਿੰਦਰ ਮਹਾਜਨ ਨੇ ਫੋਨ ਕੀਤਾ ਅਤੇ ਬੈਂਕ ਸਟੇਟਮੈਂਟ ਮੰਗਵਾਈ ਗਈ ਤੇ ਇਹ ਬੈਂਕ ਸਟੇਟਮੈਂਟ ਲੈ ਕੇ DSP ਭੁਵਿੰਦਰ ਮਹਾਜਨ
AIG ਰਛਪਾਲ ਸਿੰਘ, DSP ਸਿਕੰਦਰ ਸਿੰਘ, DSP ਅਰੁਣ ਸ਼ਰਮਾ ਦੇ ਅੱਗੇ ਪੇਸ਼ ਹੋਏ ਤੇ ਹੁਣ ਮੈਂ ਤੁਹਾਨੂੰ ਹੈਰਾਨ ਕਰਨ ਵਾਲੇ ਖੁਲਾਸੇ ਦੱਸਾਂਗਾ ਕਿ ਜਦੋਂ ਮੇਰੇ ਪਿਤਾ ਜੀ ਸ਼੍ਰੀ ਅਨਵਰ ਮਸੀਹ ਜੀ STF ਦੇ ਦਫ਼ਤਰ ਵਿੱਚ ਬੈਠੇ ਤੇ AIG ਰਛਪਾਲ ਨੇ ਅੱਜ ਤੋਂ ਲਗਭਗ 17-18 ਸਾਲ ਪੁਰਾਣੀ ਗੱਲ ਛੇੜੀ, ਜੋ ਕਿ ਇਸ ਤਰ੍ਹਾਂ ਹੈ ਕਿ ਪਿੰਡ ਜੱਬੋਵਾਲ ਟਾਂਗਰੇ ਨਜ਼ਦੀਕ ਪੈਂਦਾ ਹੈ, ਥਾਣਾ ਜੰਡਿਆਲਾ ਗੁਰੂ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਤੋੜ ਦਿੱਤਾ ਗਿਆ ਅਤੇ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ। ਉਸ ਸਮੇਂ AIG ਰਛਪਾਲ ਸਿੰਘ ਬਤੌਰ DSP ਜੰਡਿਆਲਾ ਗੁਰੂ ਸੀ ਤੇ DSP ਨੂੰ ਇੱਕ ਦਿਨ ਪਹਿਲਾਂ ਇਨਫੋਰਮ ਕੀਤਾ ਸੀ ਕਿ ਚਰਚ ਤੇ ਹਮਲਾ ਹੋਣ ਵਾਲਾ ਹੈ। ਉਸ ਇਨਫੋਰਮੇਸ਼ਨ ਦੀ ਪਰਵਾਹ ਨਹੀਂ ਕੀਤੀ ਕਿ ਚਰਚ ਤੇ ਹਮਲਾ ਹੋਣ ਵਾਲਾ ਹੈ ਤੇ ਉਸ ਇਨਫੋਰਮੇਸ਼ਨ ਦੀ ਪਰਵਾਹ ਨਹੀਂ ਕੀਤੀ ਤੇ ਦੂਸਰੇ ਦਿਨ ਚਰਚ ਤੇ ਹਮਲਾ ਹੋ ਗਿਆ ਅਤੇ ਚਰਚ ਤੋੜ ਦਿੱਤਾ ਗਿਆ। ਫਿਰ ਮੇਰੇ ਪਿਤਾ ਸ਼੍ਰੀ ਅਨਵਰ ਮਸੀਹ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਨੂੰ ਇਨਫੋਰਮ ਕਰਨ ਦੇ ਬਾਵਜੂਦ ਵੀ ਵਿਰੋਧੀਆਂ ਵੱਲੋਂ ਚਰਚ ਤੋੜ ਦਿੱਤਾ ਗਿਆ। ਇਸ ਲਈ ਮਸੀਹ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਚੱਲ ਪਈ ਅਤੇ ਧਰਨੇ ਦਾ ਐਲਾਨ ਕਰ ਦਿੱਤਾ। ਉਸ ਸਮੇਂ SSP ਅੰਮ੍ਰਿਤਸਰ ਦਿਹਾਤੀ ਮੈਡਮ ਬੀਬੂ ਰਾਜ ਤੈਨਾਤ ਸਨ। SSP ਅੰਮ੍ਰਿਤਸਰ ਦਿਹਾਤੀ ਮੈਡਮ ਬੀਬੂ ਰਾਜ ਨੇ ਰਛਪਾਲ ਸਿੰਘ DSP ਜੰਡਿਆਲਾ ਗੁਰੂ ਨੂੰ ਬੁਲਾ ਕੇ ਕਿਹਾ ਕਿ ਅਨਵਰ ਮਸੀਹ ਨੂੰ ਮਨਾ ਲੈ, ਨਹੀਂ ਤਾਂ ਸਾਰੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ। ਤੇ ਫਿਰ ਰਛਪਾਲ ਸਿੰਘ DSP ਜੰਡਿਆਲਾ ਗੁਰੂ ਸਾਡੇ ਘਰ ਆਏ ਅਤੇ ਮੇਰੇ ਪਿਤਾ ਅਨਵਰ ਮਸੀਹ ਜੀ ਨੇ ਕਿਹਾ ਕਿ ਸਾਡਾ ਗੁਰੂ ਘਰ ਟੁੱਟ ਚੁੱਕਿਆ ਹੈ ਅਤੇ ਕੱਲ ਸਾਡਾ ਪਾਕ ਪਵਿੱਤਰ ਦਿਨ ਐਤਵਾਰ ਹੈ ਤੇ ਅਸੀਂ ਪ੍ਰਾਰਥਨਾ ਕਿੱਥੇ ਕਰਾਂਗੇ। ਅਤੇ ਅੱਗੋਂ ਰਛਪਾਲ ਸਿੰਘ ਜੰਡਿਆਲਾ ਗੁਰੂ ਨੇ ਕਿਹਾ ਕਿ ਮੈਂ ਟੈਂਟ ਲਗਵਾ ਦੇਣਾ ਹਾਂ ਤੇ ਚਰਚ ਵਾਸਤੇ ਨਲਕਾ, ਸੀਮਟ, ਰੇਤ, ਬਜਰੀ ਮੁਹੱਈਆ ਦਾ ਸਮਾਨ ਕਰਵਾ ਦੇਣਾ ਹਾਂ ਤੇ ਤੁਸੀਂ ਧਰਨਾ ਕੈਂਸਲ ਕਰ ਦੇਵੋ। ਮੇਰੇ ਪਿਤਾ ਸ਼੍ਰੀ ਅਨਵਰ ਮਸੀਹ ਜੀ ਨੇ ਸਾਰੇ ਮਸੀਹ ਆਗੂਆਂ ਨਾਲ ਮੀਟਿੰਗ ਕਰਕੇ ਧਰਨਾ ਕੈਂਸਲ ਕਰ ਦਿੱਤਾ। ਇਸੇ ਹੀ ਖੁੰਦਕ ਕਰਕੇ ਮੇਰੇ ਪਿਤਾ ਜੀ ਤੇ ਝੂਠਾ ਪਰਚਾ ਕੀਤਾ ਗਿਆ ਤੇ ਇਸ ਦੌਰਾਨ ਮੇਰੇ ਪਿਤਾ ਜੀ ਕੋਲੋਂ ਇੱਕ ਨਵੀਂ ਕਾਰ ਮਾਰਕਾ ਟੋਇਟਾ ਫੋਰਚੂਨਰ ਗੱਡੀ ਦੀ ਮੰਗ ਕੀਤੀ ਗਈ ਤੇ ਮੇਰੇ ਪਿਤਾ ਜੀ ਨਿਰਦੋਸ਼ ਹੋਣ ਕਰਕੇ ਉਹਨਾਂ ਨੂੰ ਕਹਿੰਦੇ ਰਹੇ ਕਿ ਨਾ ਤਾਂ ਮੈਂ ਕਿਸੇ ਪਾਸੋਂ ਰਿਸ਼ਵਤ ਲਈ ਹੈ ਤੇ ਨਾ ਕਿਸੇ ਨੂੰ ਮੈਂ ਰਿਸ਼ਵਤ ਦੇਣੀ ਹੈ। ਰਛਪਾਲ ਸਿੰਘ AIG ਕਹਿੰਦੇ ਕਿ ਮਸੀਹ ਸਾਹਿਬ ਤੁਸੀਂ ਇੱਕ ਵਾਰ ਫਿਰ ਸੋਚ ਲਵੋ। ਫਿਰ ਮੇਰੇ ਪਿਤਾ ਜੀ ਘਰ ਵਾਪਸ ਆ ਗਏ ਤੇ ਫਿਰ ਸਾਡੇ ਕੁਝ ਬੰਦੇ ਰਛਪਾਲ ਸਿੰਘ AIG ਨੂੰ ਜਾਣਦੇ ਸਨ ਤੇ ਫਿਰ ਉਹਨਾਂ ਰਾਹੀਂ ਮੈਸੇਜ ਭੇਜਦੇ ਰਹੇ ਤੇ ਫਿਰ ਇਸਨੇ ਆਪਣੀ ਕੋਠੀ ਜਿਹੜੀ ਕਿ ਨਿਊ ਅੰਮ੍ਰਿਤਸਰ ਵਿਖੇ ਸਥਿਤ ਰਛਪਾਲ ਸਿੰਘ ਦੀ ਕੋਠੀ ਜਿਹੜੀ ਨਿਊ ਅੰਮ੍ਰਿਤਸਰ ਵਿਖੇ ਸਥਿਤ ਹੈ, ਸਾਨੂੰ ਉੱਥੇ ਬੁਲਾਇਆ ਤੇ ਫੋਰਚੂਨਰ ਦੀ ਮੰਗ ਛੱਡ ਕੇ ਫਿਰ 15 ਲੱਖ ਦੇ ਆ ਗਿਆ ਕਿ 15 ਲੱਖ ਦੇ ਦਿਓ। ਪਰ ਮੇਰੇ ਪਿਤਾ ਅਨਵਰ ਮਸੀਹ ਆਪਣੇ ਸਾਥੀ ਮਸੀਹ ਆਗੂਆਂ ਨੂੰ ਕਹਿੰਦੇ ਕਿ ਜੇਕਰ ਮੇਰਾ ਕੋਈ ਦੋਸ਼ ਹੋਵੇ ਤਾਂ ਮੈਂ ਇਹਨਾਂ ਨੂੰ ਰਿਸ਼ਵਤ ਦੇਵਾਂ, ਮੈਂ ਬੇਕਸੂਰ ਹਾਂ, ਮੈਂ ਇਹਨਾਂ ਨੂੰ ਇੱਕ ਵੀ ਪੈਸਾ ਨਹੀਂ ਦੇਣਾ। ਇਸ ਤੋਂ ਬਾਅਦ ਇਹ ਸਾਡੇ ਬੰਦਿਆਂ ਨਾਲ ਅਪਰੋਚ ਕਰਦੇ ਰਹੇ ਕਿ ਅਨਵਰ ਮਸੀਹ ਕੁਝ ਦਿੰਦਾ ਹੈ ਕਿ ਨਹੀਂ। ਜਦੋਂ ਵਾਰ-ਵਾਰ ਮੇਰੇ ਪਿਤਾ ਜੀ ਇਹਨਾਂ ਨੂੰ ਰਿਸ਼ਵਤ ਦੇਣ ਤੋਂ ਨਾਂਹ ਕਰਦੇ ਰਹੇ ਤੇ ਫਿਰ DSP ਭਵਿੰਦਰ ਮਹਾਜਨ ਦਾ ਫੋਨ ਆਇਆ ਅਤੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਆਜੋ ਤੁਹਾਡੀ ਕੋਠੀ ਦੀਆਂ ਚਾਬੀਆਂ ਅਤੇ ਗੱਡੀ ਜਿਹੜੀ ਸਾਡੀ ਫੋਰਚੂਨਰ ਗੱਡੀ ਜ਼ਬਤ ਕੀਤੀ ਸੀ ਮੋਹਾਲੀ ਦੇ ਵਿੱਚ CIA ਸਟਾਫ ਵੱਲੋਂ, ਉਹਦੀ ਮੈਂ ਚਾਬੀਆਂ ਤੁਹਾਨੂੰ ਦੇ ਦੇਵਾਂ। ਫਿਰ ਮੇਰੇ ਪਿਤਾ ਜੀ STF ਦੇ ਦਫ਼ਤਰ ਚਲੇ ਗਏ। STF ਦੇ ਦਫ਼ਤਰ ਵਿੱਚ ਵੀ ਮੇਰੇ ਪਿਤਾ ਜੀ ਨਾਲ ਰਿਸ਼ਵਤ ਦਾ ਸੌਦਾ ਕਰਦੇ ਰਹੇ। ਮੇਰੇ ਪਿਤਾ ਜੀ ਵੱਲੋਂ ਨਿਰਦੋਸ਼ ਹੋਣ ਕਰਕੇ ਬਾਰ-ਬਾਰ ਨਾ ਕਰਦੇ ਰਹੇ ਤੇ ਫਿਰ ਇਹਨਾਂ ਨੇ ਮੇਰੇ ਪਿਤਾ ਉੱਤੇ ਝੂਠਾ ਪਰਚਾ ਦਰਜ ਕਰਤਾ। ਮਿਤੀ 19/1/2020 ਨੂੰ ਮੇਰੇ ਪਿਤਾ ਜੀ ਦੀ ਗ੍ਰਿਫਤਾਰੀ ਪਾ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਅਤੇ ਰਿਮਾਂਡ ਪੀਰੀਅਡ ਦੌਰਾਨ ਫਿਰ ਮੇਰੇ ਪਿਤਾ ਜੀ ਨੂੰ ਕਹਿੰਦੇ ਰਹੇ ਕਿ ਤੇਰੇ ਕੋਲ ਕੋਠੀ ਦਾ ਬਿਆਨਾ ਪਿਆ ਹੈ ਤੇ ਸਾਨੂੰ ਆਪਣੇ ਘਰ ਵਾਲਿਆਂ ਪਾਸੋਂ ਮੰਗਵਾ ਕੇ 14.5 ਲੱਖ ਰੁਪਇਆ ਸਾਨੂੰ ਦੇ, ਅਸੀਂ ਤੇਰਾ ਛੁਟਕਾਰਾ ਕਰ ਦਿਆਂਗੇ। ਤੇ ਜਦੋਂ ਮੇਰੇ ਪਿਤਾ ਜੀ ਨਹੀਂ ਮੰਨੇ ਤਾਂ DSP ਭਵਿੰਦਰ ਮਹਾਜਨ ਨੇ ਮੇਰੇ ਨਾਲ ਸੰਪਰਕ ਕੀਤਾ। DSP ਭਵਿੰਦਰ ਮਹਾਜਨ, DSP ਸਿਕੰਦਰ ਸਿੰਘ, DSP ਅਰੁਣ ਸ਼ਰਮਾ, AIG ਰਛਪਾਲ ਸਿੰਘ ਵੱਲੋਂ ਮੇਰੇ ਪਾਸੋਂ 10 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਮੇਰੇ ਕੋਲੋਂ DSP ਸਿਕੰਦਰ ਸਿੰਘ, DSP ਭਵਿੰਦਰ ਮਹਾਜਨ
ਡੀਐਸਪੀ ਅਰੁਣ ਸ਼ਰਮਾ ਏਆਈਜੀ ਰਿਸ਼ਪਾਲ ਸਿੰਘ ਨੇ ਮੇਰੇ ਪਾਸੋਂ 10 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਮੈਨੂੰ ਕਿਹਾ ਕਿ ਭਾਜੀ 10 ਮਿੰਟ ਪਲੀਜ਼ 2 ਮਿੰਟ ਬਾਅਦ 2 ਮਿੰਟ ਮੈਨੂੰ ਕਿਹਾ ਕਿ ਇਹ ਰਕਮ ਲਿਆ ਕੇ ਦੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਘਰ 9 ਲੱਖ ਹੀ ਪਿਆ ਹੈ। ਉਸੇ ਦਿਨ ਇਹਨਾਂ ਨੇ ਮੇਰੇ ਪਿਤਾ ਨੂੰ ਜੇਲ੍ਹ ਵਿੱਚ ਭੇਜਣਾ ਸੀ ਤੇ ਜੇਲ੍ਹ ਵਿੱਚ ਭੇਜ ਕੇ ਮੈਨੂੰ ਉਸੇ ਟਾਈਮ ਕਹਿੰਦੇ ਜਾ ਕੇ ਲਿਆ ਪੈਸੇ ਤੇ ਮੈਂ 6 ਲੱਖ ਰੁਪਈਆ ਏਆਈਜੀ ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠ ਕੇ ਡੀਐਸਪੀ ਭਵਿੰਦਰ ਮਹਾਜਨ ਤੇ ਡੀਐਸਪੀ ਸਿਕੰਦਰ ਸਿੰਘ ਨੂੰ ਆਪਣੇ ਹੱਥੀਂ ਪੈਸੇ ਗਿਣਾ ਕੇ ਆਇਆ 6 ਲੱਖ ਰੁਪਈਆ। ਤੇ ਫਿਰ ਡੀਐਸਪੀ ਭਵਿੰਦਰ ਮਹਾਜਨ ਨੇ ਮੈਨੂੰ ਫਿਰ ਅਦੇ 3 ਲੱਖ ਰੁਪਈਆ ਮੇਰੇ ਸਾਥੀ ਅਤੇ ਮੇਰੇ ਕੋਲੋਂ ਡੀਐਸਪੀ ਭਵਿੰਦਰ ਮਹਾਜਨ ਦੇ ਘਰ ਜਾ ਕੇ ਮੈਂ ਖੁਦ ਦੇ ਕੇ ਆਇਆ 6 ਲੱਖ ਨੇ ਦਫ਼ਤਰ 'ਚ ਦਿੱਤਾ ਐਸਟੀਐਫ ਦੇ ਏਆਈਜੀ ਸਾਹਿਬ ਦੇ ਫੋਨ ਮੇਰੇ ਬਾਹਰ ਰਖਵਾਲੇ ਸੀ ਤੇ 3 ਲੱਖ ਰੁਪਈਆ ਮੈਂ ਇਸ ਦੇ ਮੂਨ ਐਵਨਿਊ ਵਿਖੇ ਸਥਿਤ ਇਹਨੇ ਆਲੀਸ਼ਾਨ ਮਹਿਲ ਬਣਾਇਆ ਡੀਐਸਪੀ ਭਵਿੰਦਰ ਮਹਾਜਨ ਨੇ ਉਹਦੇ ਘਰ ਦੇ ਕੇ ਆਇਆ ਮੈਂ ਖੁਦ ਜਾ ਕੇ ਆਪਣੇ ਹੱਥੀ ਨਾਲ ਮੇਰੇ ਇੱਕ ਸਾਥੀ ਹੋਰ ਹੀ ਉਹਦੀ ਮੈਂ ਹਾਲੇ ਤੁਹਾਨੂੰ ਦੱਸ ਨਹੀਂ ਸਕਦਾ ਉਹ ਮੈਂ ਅਗਲੀ ਪ੍ਰੈਸ ਕਾਨਫਰੰਸ 'ਚ ਦੱਸਾਂਗਾ ਤੁਹਾਨੂੰ। ਡੀਐਸਪੀ ਭਵਿੰਦਰ ਮਹਾਜਨ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਗਲੀ ਤਰੀਕ ਤੇ ਤੇਰੇ ਪਿਤਾ ਬਾਹਰ ਆਉਣਗੇ। ਇਸ ਤਰ੍ਹਾਂ ਕਰਕੇ ਸਾਡੇ ਨਾਲ ਜ਼ਬਰਦਸਤੀ ਧੋਖੇ ਨਾਲ ਪੈਸੇ ਮੰਗਵਾਏ ਤੇ ਫਿਰ ਉਸ ਤੋਂ ਬਾਅਦ ਮੈਂ ਡੀਐਸਪੀ ਭਵਿੰਦਰ ਮਹਾਜਨ ਦੇ ਘਰ 4 ਤੋਂ 5 ਵਾਰੀ ਉਸ ਦੇ ਘਰ ਗਿਆ ਜਿਹੜਾ ਮੂਨ ਐਵਨਿਊ ਮਜੀਠਾ ਰੋਡ ਵਿਖੇ ਸਥਿਤ ਹੈ ਤੇ ਫਿਰ ਇਹਨਾਂ ਸਾਨੂੰ ਟਾਲ ਮਟੋਲ ਕਰਦੇ ਰਹੇ ਅਤੇ ਸਾਨੂੰ ਲਾਰੇ ਲੱਪੇ ਲਾਉਂਦੇ ਰਹੇ ਤੇ ਸਾਨੂੰ ਚੁੱਪ ਕਰਾਉਂਦੇ ਰਹੇ ਕਿ ਤੁਸੀਂ ਕੋਈ ਵੀ ਗੱਲ ਨਹੀਂ ਕਰਨੀ ਕਿਸੇ ਨਾਲ, ਜੇਕਰ ਕਿਸੇ ਨਾਲ ਗੱਲ ਕੀਤੀ ਤਾਂ ਫਿਰ ਤੁਹਾਡੇ ਉੱਤੇ ਵੀ ਕਾਰਵਾਈ ਕਰਾਂਗੇ। ਅਸੀਂ ਝੂਠੇ ਪਰਚੇ ਤੋਂ ਡਰਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਉਸ ਸਮੇਂ ਦੌਰਾਨ ਜੇ ਅਸੀਂ ਕਿਸੇ ਨਾਲ ਸਮਾਜਿਕ ਤੌਰ ਤੇ ਅਤੇ ਕਿਸੇ ਨਾਲ ਅਪਰੋਚ ਕਰਦੇ ਤੇ ਡੀਐਸਪੀ ਭਵਿੰਦਰ ਮਹਾਜਨ, ਡੀਐਸਪੀ ਸਿਕੰਦਰ ਸਿੰਘ, ਡੀਐਸਪੀ ਅਰੁਣ ਸ਼ਰਮਾ, ਏਆਈਜੀ ਰਿਸ਼ਪਾਲ ਸਿੰਘ ਵੱਲੋਂ ਉਹਨਾਂ ਨੂੰ ਦਫ਼ਤਰ ਸੱਦ ਕੇ ਡਰਾਇਆ ਧਮਕਾਇਆ ਜਾਂਦਾ ਕਿ ਤੁਹਾਨੂੰ ਵੀ ਇਸ ਕੇਸ ਵਿੱਚ ਇਨਵੋਲਵ ਕਰ ਦੇਵਾਂਗੇ ਜੇ ਤੁਸੀਂ ਉਹਨਾਂ ਨਾਲ ਤੁਰੇ ਤੇ ਅਨਵਰ ਮਸੀਹ ਦੇ ਪਰਿਵਾਰ ਨਾਲ ਤੁਰੇ ਤੇ ਮੈਂ ਧੰਨਵਾਦ ਕਰਦਾ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਜੀ ਦਾ ਜਿਨ੍ਹਾਂ ਨੇ ਸਾਡੀ ਦੱਬੀ ਅਤੇ ਕੁਚਲੀ ਹੋਈ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਮੇਰੇ ਪਿਤਾ ਜੀ ਦਾ ਸੱਚ ਸਾਹਮਣੇ ਲਿਆਂਦਾ, ਜਿਸ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਹਿੰਮਤ ਮਿਲੀ ਕਿ ਆਪਣੀ ਸੱਚ ਦੀ ਆਵਾਜ਼ ਮੀਡੀਆ ਰਾਹੀਂ ਲੋਕਾਂ ਤੱਕ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਤੱਕ ਪਹੁੰਚਾਈਏ ਜੋ ਸਾਨੂੰ ਇਨਸਾਫ ਮਿਲ ਸਕੇ ਤੇ ਇਹੋ ਜਿਹੇ ਰਿਸ਼ਵਤਖੋਰ ਭ੍ਰਿਸ਼ਟ ਅਫਸਰਾਂ ਨੂੰ ਬਰਖਾਸਤ ਕੀਤਾ ਜਾਏ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਹਨਾਂ ਰਿਸ਼ਵਤਖੋਰ ਅਫਸਰਾਂ ਤੋਂ ਪਾਸੋਂ ਖਤਰਾ ਹੈ। ਸਾਡੇ ਤੇ ਹੋਰ ਵੀ ਕੋਈ ਝੂਠਾ ਪਰਚਾ ਦਰਜ ਕਰ ਸਕਦੇ ਹਨ, ਸਾਡਾ ਕੋਈ ਜਾਨੀ ਮਾਲੀ ਨੁਕਸਾਨ ਨਾ ਕਰ ਦੇਣ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਮੇਰੇ ਅਤੇ ਮੇਰੇ ਪਰਿਵਾਰ ਨਾਲ ਕੋਈ ਵੀ ਘਟਨਾ ਵਾਪਰਦੀ ਹੈ ਤੇ ਉਸ ਦੇ ਜ਼ਿੰਮੇਵਾਰ ਡੀਐਸਪੀ ਭਵਿੰਦਰ ਮਹਾਜਨ, ਡੀਐਸਪੀ ਸਿਕੰਦਰ ਸਿੰਘ, ਡੀਐਸਪੀ ਅਰੁਣ ਸ਼ਰਮਾ ਅਤੇ ਏਆਈਜੀ ਰਿਸ਼ਪਾਲ ਸਿੰਘ ਹੋਣਗੇ। ਇਹ ਭ੍ਰਿਸ਼ਟ ਅਤੇ ਰਿਸ਼ਵਤਖੋਰ ਅਫਸਰ ਹੋਣਗੇ। ਧੰਨਵਾਦ। ਦੈਵਨ ਮੀਡੀਆ ਲਈ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਵਿਸ਼ੇਸ਼ ਰਿਪੋਰਟ।